नमो शिवाय। श्री शिव पुराण चौथा खंड अध्याय 8वां। ब्रह्मा जी बोले, हे नारद, ਤਾਰਕਾਸੁਰ ਵੀ ਇੱਕ ਚੰਗੇ ਵਿਮਾਨ ਵਿੱਚ ਛਤਰ ਚੰਵਰ ਦੇ ਨਾਲ ਆਪਣੀ ਵਿਸ਼ਾਲ ਸੈਨਾ ਸਮੇਤ ਰਣ ਭੂਮੀ ਵਿੱਚ ਆ ਪਹੁੰਚਿਆ। ਇਸ ਤਰ੍ਹਾਂ ਦੋਵੇਂ ਸੈਨਾ ਆ ਗਈਆਂ। ਦੋਨਾਂ ਪਾਸਿਆਂ ਤੋਂ ਗੱਡੀ ਬਣਾਈ ਗਈ। ਪਹਿਲੀ ਲਾਈਨ ਹਾਥੀਆਂ ਦੀ, ਦੂਸਰੀ ਘੋੜਿਆਂ ਦੀ, ਤੀਸਰੀ ਰੱਥਾਂ ਦੀ ਅਤੇ ਚੌਥੀ ਪਿਆਦਿਆਂ ਦੀ। ਇਸ ਤਰ੍ਹਾਂ ਕ੍ਰਮ ਨਾਲ ਸੈਨਾ ਸਜਾਈ ਗਈ। ਦੋਨਾਂ ਪਾਸਿਆਂ ਤੋਂ ਵੀਰ ਸਾਗ, ਸ਼ੂਲ, ਪਰਸ਼ੂ, ਪਾਸ਼, ਕਿਰਪਾਨ, ਪਿੰਡਪਾਲ, ਤੋਮਰ, ਚੱਕਰ ਅਤੇ ਨਾਗ ਆਦਿ ਸ਼ਸਤਰਾਂ ਲੈ ਕੇ ਯੁੱਧ ਖੇਤਰ ਵਿੱਚ ਆਪਣੀ ਵੀਰਤਾ ਦਿਖਾਉਣਾ ਆ ਗਏ। ਫਿਰ ਦੋਨਾਂ ਪਾਸਿਆਂ ਦੇ ਵੀਰਾਂ ਨੇ ਵੱਡੇ ਤੇਗ ਨਾਲ ਯੁੱਧ ਕੀਤਾ। ਫਿਰ ਦੇਵਤਾਵਾਂ ਅਤੇ ਦੈਤਾਂ ਦਾ ਘੋਰ ਯੁੱਧ ਹੋਇਆ। ਦੋਨਾਂ ਪਾਸਿਆਂ ਦੀ ਚਤੁਰਗੁਣੀ ਸੈਨਾ ਨਸ਼ਟ ਹੋਈ। ਇੱਥੋਂ ਤੱਕ ਕਿ ਥੋੜ੍ਹੀ ਦੇਰ ਵਿੱਚ ਹੀ ਯੁੱਧ ਵਾਲੀ ਭੂਮੀ ਸੈਨਿਕਾਂ ਦੀਆਂ ਲਾਸ਼ਾਂ ਨਾਲ ਭਰ ਕੇ ਭਿਆਨਕ ਹੋ ਗਈ। ਹਰੇਕ ਵੀਰ ਜ਼ਮੀਨ ਉੱਪਰ ਡਿੱਗ ਕੇ ਮਾਰ-ਮਾਰ ਸ਼ਬਦ ਦਾ ਉਚਾਰਨ ਕਰਦੇ ਸਨ। ਕੋਈ ਤਲਵਾਰ ਨਾਲ ਜ਼ਖਮੀ ਹੋਇਆ, ਕੋਈ ਮਰਿੰਗੰਦਰ ਅਤੇ ਕੋਈ ਗਦਾ ਨਾਲ ਮੂਰਛਿਤ ਸੀ। ਖੂਨ ਦੀ ਨਦੀ ਵਗ ਗਈ। ਭੂਤ, ਪ੍ਰੇਤ, ਪਿਸ਼ਾਚ ਆਦਿ ਨੇ ਖੂਨ ਪੀ ਕੇ ਸ਼ਾਂਤੀ ਪ੍ਰਾਪਤ ਕੀਤੀ। ਬੇਤਾਲੀਆਂ ਨੇ ਆ ਕੇ ਹਾਥੀਆਂ ਦੇ ਸਿਰ ਉਛਾਲੇ। ਇਸ ਤਰ੍ਹਾਂ ਹੌਲੀ-ਹੌਲੀ ਦੇਵਤਾ ਅਤੇ ਦੈਂਤ ਮਰੇ। ਕੁਝ ਦੇਰ ਬਾਅਦ ਰਣ ਖੇਤਰ ਪਰਲੋਕ ਵਰਗਾ ਨਜ਼ਰ ਆਉਣ ਲੱਗਾ। ਤਾਰਕ ਆਪ ਇੰਦਰ ਨਾਲ ਯੁੱਧ ਕਰਨ ਲੱਗਾ। ਯਮਰਾਜ ਦੇ ਨਾਲ ਜਰਭਮ ਨੇ ਯੁੱਧ ਕੀਤਾ। ਪਵਨ ਦੇ ਪਵਮਾਨ ਧਨਪੰਤੀ ਦੇ ਨਾਲ ਵਰਿਹਦਸੇਨ, ਉਸਾਨ ਦੇ ਨਾਲ ਧਨਨਾਦ, ਸੂਰਜ ਨਾਲ ਸੁਨਾਈ ਅਤੇ ਚੰਦਰਮਾ ਦੇ ਨਾਲ ਦਵਦੰਦ ਯੁੱਧ ਕਰਨ ਲੱਗੇ। ਇਹਨਾਂ ਸਾਰਿਆਂ ਨੇ ਘੋਰ ਯੁੱਧ ਦੇ ਦੋਵੇਂ ਦਲ ਆਪਣੀ ਆਪਣੀ ਜਿੱਤ ਚਾਹੁੰਦੇ ਸਨ। ਕੋਈ ਵੀ ਜਿੱਤ ਨਾ ਸਕਿਆ। ਉਸ ਵਕਤ ਲੜਾਈ ਦਾ ਮੈਦਾਨ ਅੱਗ ਨਾਲ ਬਲਦੇ ਹੋਏ ਦਰਖਤ ਵਾਂਗ ਦਿਸਦਾ ਸੀ। ਹੇ ਨਾਰਦ, ਲੜਾਈ ਦੇ ਮੈਦਾਨ ਦਾ ਇਹ ਦ੍ਰਿਸ਼ ਦੇਖ ਕੇ ਤਾਰਕਾਸੁਰ ਨੇ ਬੜੇ ਕ੍ਰੋਧ ਨਾਲ ਇੰਦਰ ਦੇ ਉੱਪਰ ਹਮਲਾ ਕੀਤਾ ਤੇ ਉਹਨਾਂ ਦੇ ਦਿਲ ਤੇ ਸੱਟ ਮਾਰੀ। ਸੱਟ ਵੱਜਣ ਨਾਲ ਇੰਦਰ ਹਾਥੀ ਤੋਂ ਧਰਤੀ ਤੇ ਡਿੱਗ ਪਿਆ ਅਤੇ ਇਸ ਤਰ੍ਹਾਂ ਦਿਗਪਤੀ ਵੀ ਦੈਂਤ ਤੋਂ ਹਾਰ ਕੇ ਚਲੇ ਗਏ। ਕੋਈ ਵੀ ਯੁੱਧ ਵਿੱਚ ਦੈਂਤਾਂ ਦੇ ਸਾਹਮਣੇ ਖੜਾ ਨਾ ਰਹਿ ਸਕਿਆ। ਇਸ ਤਰ੍ਹਾਂ ਦੇਵਤਾਵਾਂ ਦੀ ਜਿੱਤ ਦੇਖ ਕੇ ਮੁਚਕੁੰਦ ਨੇ ਸੋਚਿਆ, ਹੁਣ ਮੈਨੂੰ ਦੇਵਤਾਵਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਮੈਂ ਸ਼ਿਵ ਜੀ ਦਾ ਉਪਾਸਕ ਹਾਂ ਅਤੇ ਉਹ ਮੇਰੀ ਸਹਾਇਤਾ ਕਰਨ ਵਾਲੇ ਹਨ। ਇਹ ਸੋਚ ਕੇ ਮੁਚਕੁੰਦ ਤਾਕਤ ਦੇਵਤਾਂ ਦੇ ਸਾਹਮਣੇ ਆਇਆ। ਫਿਰ ਬੜੀ ਦੇਰ ਤੱਕ ਉਹ ਯੁੱਧ ਕਰਦੇ ਰਹੇ। ਦੋਨਾਂ ਵਿੱਚ ਕੋਈ ਵੀ ਜਿੱਤ ਨਾ ਸਕਿਆ। ਅਖੀਰ ਵਿੱਚ ਕੋਈ ਉਪਾਅ ਨਾ ਦੇਖ ਕੇ ਮੁਚਕੁੰਦ ਨੇ ਤਲਵਾਰ ਹੱਥ ਵਿੱਚ ਲੈ ਕੇ ਤਾਰਕ ਦੈਂਤ ਦੇ ਹਿਰਦੇ ਤੇ ਵਾਰ ਕੀਤਾ। ਇਹ ਦੇਖ ਕੇ ਤਾਰਕ ਨੇ ਹੱਸ ਕੇ ਕਿਹਾ, ਹੇ ਮੁਚਕੁੰਦ, ਤੁਸੀਂ ਮਨੁੱਖ ਹੋ। ਮੈਨੂੰ ਤੁਹਾਡੇ ਨਾਲ ਯੁੱਧ ਕਰਨਾ ਲੱਗਿਆਂ ਸ਼ਰਮ ਆਉਂਦੀ ਹੈ। ਮੈਨੂੰ ਬੜਾ ਦੁੱਖ ਹੈ ਕਿ ਤੁਸੀਂ ਮੇਰੇ ਉੱਪਰ ਜਿਸ ਸ਼ਸਤਰ ਨਾਲ ਵਾਰ ਕੀਤਾ ਹੈ, ਉਸ ਦਾ ਮੇਰੇ ਉੱਪਰ ਕੋਈ ਪ੍ਰਭਾਵ ਨਹੀਂ ਪਿਆ। ਤਦ ਮੁਚਕੁੰਦ ਨੇ ਉੱਤਰ ਦਿੱਤਾ ਕਿ ਹੇ ਅਸੁਰਰਾਜ, ਮੈਂ ਹੁਣ ਸ਼ਿਵ ਜੀ ਦੀ ਕਿਰਪਾ ਨਾਲ ਤੁਹਾਨੂੰ ਜ਼ਿੰਦਾ ਨਹੀਂ ਛੱਡਾਂਗਾ। ਐਸਾ ਕਿਹੜਾ ਦੈਂਤ ਹੈ ਕਿ ਜਿਹੜਾ ਮੇਰੇ ਸਾਹਮਣੇ ਖੜਾ ਹੋ ਕੇ ਮੇਰੇ ਵਾਰ ਨੂੰ ਸਹਿ ਸਕੇ। ਇਹ ਕਹਿ ਕੇ ਮੁਚਕੁੰਦ ਨੇ ਤਾਰਕ ਦੇ ਉੱਪਰ ਇੱਕ ਹੋਰ ਵਾਰ ਕੀਤਾ ਅਤੇ ਇਹ ਵਾਰ ਤਾਰਕ ਦੇ ਲੱਗੀ ਵੀ ਨਹੀਂ ਸੀ ਕਿ ਤਾਰਕ ਨੇ ਉਸੇ ਵਕਤ ਸਾਂਗ ਮਾਰ ਕੇ ਮੁਚਕੁੰਦ ਨੂੰ ਜ਼ਖਮੀ ਕਰਕੇ ਧਰਤੀ ਤੇ ਸੁੱਟ ਦਿੱਤਾ। ਇਹ ਦੇਖ ਕੇ ਮੁਚਕੁੰਦ ਨੇ ਧਰਤੀ ਤੋਂ ਉੱਠ ਕੇ ਬਹੁਤ ਗੁੱਸੇ ਵਿੱਚ ਤਾਰਕ ਦੇ ਵੱਧ ਦਾ ਵਿਚਾਰ ਕੀਤਾ। ਆਪਣੇ ਧਨੁਸ਼ ਨੂੰ ਹੱਥ ਵਿੱਚ ਲਿਆ ਅਤੇ ਜ਼ੋਰ ਨਾਲ ਚਲਾਇਆ। ਬ੍ਰਹਮਾ ਜੀ ਬੋਲੇ, ਹੇ ਨਾਰਦ, ਇਹ ਦੇਖ ਕੇ ਤੁਸੀਂ ਮੁਚਕੁੰਦ ਨੂੰ ਮਨਾ ਕੀਤਾ ਅਤੇ ਸਮਝਾਇਆ ਕਿ ਇਹ ਤੁਹਾਡੇ ਹੱਥੋਂ ਨਾਲ ਨਹੀਂ ਮਰੇਗਾ। ਇਸ ਦੀ ਮੌਤ ਮਨੁੱਖ ਦੇ ਹੱਥ ਵਿੱਚ ਨਹੀਂ ਹੈ। ਇਸ ਨੂੰ ਸਿਰਫ ਸਕੰਦ ਹੀ ਮਾਰਨਗੇ। ਜਿੱਥੇ ਆਪਣਾ ਕੋਈ ਵੱਸ ਨਾ ਚੱਲੇ, ਸ਼ਾਂਤ ਰਹਿਣਾ ਹੀ ਉੱਤਮ ਹੈ। ਇਹ ਦੇਖ ਕੇ ਤੁਸੀਂ ਸਾਰੇ ਦੇਵਤਿਆਂ ਸਮੇਤ ਸਕੰਦ ਜੀ ਦੀ ਸੇਵਾ ਵਿੱਚ ਪਹੁੰਚੇ। ਉਹਨਾਂ ਦੀ ਉਸਤਤ ਅਤੇ ਪੂਜਾ ਕਰਨ ਲੱਗੇ। ਦੇਵਤਿਆਂ ਨੂੰ ਇਸ ਤਰ੍ਹਾਂ ਕਰਦੇ ਦੇਖ ਕੇ ਦੈਤਾਂ ਨੇ ਬਹੁਤ ਕ੍ਰੋਧ ਵਿੱਚ ਆ ਕੇ ਘੋਰ ਨਾਦ ਨਾਲ ਬਾਣਾਂ ਦੀ ਵਰਖਾ ਕੀਤੀ। ਤਦ ਵੀਰਭਦਰ ਕ੍ਰੋਧ ਵਿੱਚ ਭਰ ਕੇ
युद्ध भूमि ਵਿੱਚ ਹਾਜ਼ਰ ਹੋਏ। इति अध्याय 8वां समाप्त।